ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਰਮ ਹੋ ਗਏ। ਜੀ ਹਾਂ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ 2024 ਦੀਆਂ ਚੋਣਾਂ ਦੀ ਤਿਆਰੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠਜੋੜ ਤੇ ਬੋਲਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਬੈਂਗਲੁਰੂ 'ਚ 26 ਪਾਰਟੀਆਂ ਦੀ ਮੀਟਿੰਗ ਦੌਰਾਨ सीट शेयरिंग की कोई गल नहीं की गई। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਰਾਜਾ ਵੜਿੰਗ ਸੁਨੀਲ ਜਾਖੜ ਤੇ ਵੀ ਗਰਮ ਹੁੰਦੇ ਹੋਏ ਨਜ਼ਰ ਆਏ। ਜੀ ਹਾਂ, ਉਹਨਾਂ ਨੇ ਸੁਨੀਲ ਜਾਖੜ ਤੇ ਵੀ ਕਾਫੀ ਨਿਸ਼ਾਨੇ ਸਾਧੇ। ਵੜਿੰਗ ਨੇ ਕਿਹਾ ਕਿ ਜੇਕਰ ਕਾਂਗਰਸ ਦਾ ਕੋਈ ਵੀ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਕੋਈ ਵੀ ਮੰਤਰੀ ਬਣਦਾ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ ਤੇ ਜੇਕਰ ਕੋਈ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਿਲ ਨਾ ਹੁੰਦਾ ਤੇ ਨਾ ਮੰਤਰੀ ਬਣਦਾ ਤਾਂ ਜਾਖੜ ਨੂੰ ਮਾਫੀ ਮੰਗਣੀ ਪਵੇਗੀ। ਕੀ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। देखो मैं ਤੁਹਾਨੂੰ ਵਾਰੀ-ਵਾਰੀ ਇੱਕ ਗੱਲ ਬਹੁਤ ਵਾਰੀ ਕਹਿਤੀ, ਪਤਾ ਨਹੀਂ ਕਿਉਂ ਵਾਰ-ਵਾਰ ਇਸ ਚਰਚਾ ਨੂੰ ਕਿਉਂ ਦੁਹਰਾਇਆ ਜਾਂਦਾ ਹੈ। ਔਰ ਖਾਸ ਕਰਕੇ ਬੀਜੇਪੀ ਜਦੋਂ ਦੀ ਸਾਡੀ ਮੀਟਿੰਗ ਹੋਈ ਹੈ 26 ਪਾਰਟੀਆਂ ਦੀ ਇੰਡੀਆ ਨਾਮ ਚੁਣਿਆ ਗਿਆ ਹੈ। ਪਤਾ ਨਹੀਂ ਰੱਬ ਦੀ ਐਸੀ ਕਿਰਪਾ ਹੈ ਕਿ ਨਰਿੰਦਰ ਮੋਦੀ ਜੀ ਇੰਡੀਆ ਨੂੰ ਵੀ ਗਾਲਾਂ ਦੇਣ ਲੱਗ ਪਏ ਨੇ, ਕਿਉਂਕਿ ਇਹਨਾਂ ਨੂੰ ਹੁਣ ਇੰਡੀਆ ਜਿਹੜਾ ਨਾਂ ਹੈ ਉਹ ਹਜਮ ਨਹੀਂ ਹੋ ਰਿਹਾ। ਅੱਜ ਦੁਬਾਰਾ ਫੇਰ ਜਨਤਾ ਦੀ ਕਚਹਿਰੀ 'ਚ ਕਲੀਅਰ ਕਰ ਦਈਏ, ਔਰ ਸਾਨੂੰ ਤਾਂ ਬਿਲਕੁਲ ਕਲੀਅਰ ਹੈ ਕਿ ਜਿੰਨੇ ਵੀ ਲਾਈਕ ਮਾਈਂਡਡ ਲੋਕ ਇਕੱਠੇ ਹੋਏ ਆ ਇਹ ਬੀਜੇਪੀ ਸਰਕਾਰ ਦੇ ਖਿਲਾਫ ਔਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਇਕੱਠੇ ਹੋਏ ਆ ਕਿ ਕਿੱਦਾਂ ਅਸੀਂ ਡੈਮੋਕ੍ਰੇਸੀ ਨੂੰ ਬਚਾਉਣਾ ਹੈ। ਗੱਲ ਨਰਿੰਦਰ ਮੋਦੀ ਜੀ ਦੀ ਨਹੀਂ ਹੈ, ਡੈਮੋਕ੍ਰੇਸੀ ਖਤਰੇ 'ਚ ਹੈ। ਲੋਕ ਇਹ ਗੱਲ ਕਹਿਣ ਲੱਗ ਪਏ ਦੱਬੀਵਾਦ 'ਚ ਕਿ ਅਗਰ ਇਸ ਵਾਰ ਬੀਜੇਪੀ ਆਈ ਤਾਂ ਅੱਗੇ ਤੋਂ ਚੁਣਾਵ ਹੋਣੇ, ਇਸ ਦੇਸ਼ ਦਾ ਲੋਕਤੰਤਰ ਖਤਮ ਹੋ ਜਾਏਗਾ। ਇੱਥੇ ਰੂਸ ਵਾਂਗੂ ਚਾਈਨਾ ਦੇ ਵਾਂਗੂ ਇੱਕ ਰਾਜ ਹੋਏਗਾ ਜਿੱਥੇ ਉਸ ਤੋਂ ਬਾਅਦ ਚੁਣਾਵ ਨਹੀਂ ਹੋਣੇ। ਸੋ ਉਹ ਸਾਰੇ ਦਲ ਇਕੱਠੇ ਹੋਏ ਹੈ। ਹਾਲਾਂਕਿ ਅਸੀਂ ਪ੍ਰਦੇਸ਼ਾਂ, ਚਾਹੇ ਉਹ ਕੇਰਲਾ ਹੈ, ਚਾਹੇ ਉਹ ਬੰਗਾਲ ਹੈ, ਚਾਹੇ ਉਹ ਪੰਜਾਬ 'ਚ ਹੈ, ਅਸੀਂ ਵੱਖ-ਵੱਖ ਲੜਦੇ। ਸਾਡੇ ਮੁੱਦੇ ਵੱਖ-ਵੱਖ ਹੈ, ਸਾਡੀਆਂ ਮੰਗਾਂ ਵੱਖ-ਵੱਖ ਹੈ ਔਰ ਅਸੀਂ ਸਿੱਧੀ ਲੜਾਈ ਹੈ। ਅੱਜ ਮੇਨ ਆਪੋਜੀਸ਼ਨ ਪਾਰਟੀ ਬੀਜੇਪੀ ਦਾ ਕੋਲੇ ਇੱਕ ਵਿਧਾਇਕ ਆ, ਉਹ ਵੀ ਘਰੇ ਰੁੱਸੇ ਬੈਠੇ ਨੇ, ਅਸ਼ਵਨੀ ਜੀ, ਉਹ ਬੀਜੇਪੀ ਦੇ ਨਾਲ, ਕਿਉਂਕਿ ਅੱਜ ਦਾ ਜਿਹੜਾ ਪ੍ਰਧਾਨ ਸਾਹਿਬ ਆਏ ਨੇ ਆਦਰਨੀय ਜਾਖੜ ਸਾਹਿਬ, ਉਹ ਕਾਂਗਰਸ 'ਚੋਂ ਗਏ ਨੇ। ਸੋ ਇਸ ਕਰਕੇ ਸਾਡਾ ਅਲਾਇੰਸ ਇੰਡੀਆ ਅੱਪਰ ਲੈਵਲ ਤੇ ਹੈ। ਸਾਡੇ ਨਾਲ ਕਿਸੇ ਦਾ ਕੋਈ ਅਲਾਇੰਸ ਦੀ ਗੱਲ, ਕਿਸੇ ਪ੍ਰਕਾਰ ਦੀ ਕੋਈ ਚਰਚਾ, ਕਿਸੇ ਪ੍ਰਕਾਰ ਦਾ ਕੋਈ ਸਵਾਲ, ਕੋਈ ਚਰਚਾ ਹੀ ਨਹੀਂ। ਔਰ ਆਉਣ ਤੁਹਾਨੂੰ ਲੱਗਦਾ ਇਹ ਮੀਡੀਆ ਨੇ ਚਲਾਤਾ ਸੀਟ ਸ਼ੇਅਰਿੰਗ। ਇਹਦੇ ਜਿਹੜਾ ਬੰਦਾ ਇਹ ਕਹਿੰਦਾ ਵੀ ਸੀਟ ਸ਼ੇਅਰਿੰਗ ਹੋ ਗਈ ਹੈ, ਉਹਨੂੰ ਪੁੱਛ ਕੇ ਆਓ ਵੀ ਤੁਸੀਂ ਕਿਹਨੂੰ, ਸੋਨੀਆ ਜੀ ਨੂੰ, ਖਰਗੇ ਸਾਹਿਬ ਨੂੰ ਜਾਂ ਕੇਜਰੀਵਾਲ ਜੀ ਨੂੰ ਤੁਸੀਂ ਮਿਲਿਆ ਹੋ? ਕਿਸੇ ਪ੍ਰਕਾਰ ਦੀ ਕਿਸੇ ਪਾਰਟੀ ਦੀ ਸੀਟ ਸ਼ੇਅਰਿੰਗ ਦੀ ਗੱਲ ਨਹੀਂ ਹੋਈ। ਔਰ ਮੈਂ 100% ਸ਼ੋਰ ਹਾਂ ਕਿ ਅਸੀਂ ਪੰਜਾਬ ਦੇ ਵਿੱਚ, ਨਾਟ ਓਨਲੀ ਪੰਜਾਬ, ਕਈ ਰਾਜਾਂ ਦੇ ਵਿੱਚ ਉਹ ਜਿਹੜੀਆਂ ਪਾਰਟੀ ਲਾਈਕ ਮਾਈਂਡਡ ਉੱਥੇ ਇਕੱਠੀਆਂ ਹੋਈਆਂ ਸੀ, ਲੇਕਿਨ ਉਹ ਅੱਡ-ਅੱਡ ਆਪਦੇ ਮੁੱਦਿਆਂ ਤੇ ਅੱਡ-ਅੱਡ ਥਾਵਾਂ ਤੇ ਚੁਣਾਵ ਲੜਨਗੀਆਂ। ਸਾਡਾ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਅਲਾਇੰਸ ਦੀ ਗੱਲ ਨਹੀਂ ਹੈ। ਇਹ ਵਾਰ-ਵਾਰ ਚਰਚਾ, ਔਰ ਮੇਰੀ ਬੇਨਤੀ ਹੈ ਬੀਜੇਪੀ ਵਾਲੇ ਆਪਦੀ ਗੱਲ ਕਰਨ, ਕਿਉਂਕਿ ਚਰਚਾ ਇਹ ਹੈ ਕਿ ਸਾਰੀ ਬੀਜੇਪੀ ਜਿਹੜੀ ਪੁਰਾਣੀ ਕਾਂਗਰਸ ਸੀ, ਜਿਨ੍ਹਾਂ ਨੂੰ ਅਸੀਂ ਜਿਹੜੇ ਵਿਚਾਰਿਆਂ ਨੂੰ ਇਗਨੋਰ ਹੋ ਗਏ, ਜਿਨ੍ਹਾਂ ਨੂੰ ਲਾਤਾ ਦਿੱਤਾ ਗਿਆ ਸੀ, ਉਹ ਉੱਧਰ ਚਲੇ ਗਏ। ਅੱਜ ਬੀਜੇਪੀ ਵਾਲੇ ਮਹਿਸੂਸ ਕਰ ਰਹੇ ਆ ਕਿ ਗਵਰਨਰ ਨੂੰ ਕਿਤੇ ਜਾਂਦੇ ਹੈ ਜਾਂ ਹੜ੍ਹ ਪੀੜਤਾਂ ਕੋਲੇ ਜਾਂਦੇ ਹੈ ਪ੍ਰਧਾਨ, ਤਾਂ ਸਾਰੀ ਕਾਂਗਰਸ ਹੀ ਪੁਰਾਣੀ ਨਜ਼ਰ ਆਉਂਦੀ ਹੈ। ਅੱਜ ਜਿਹੜਾ ਬੀਜੇਪੀ ਦਾ ਜਿਹੜਾ ਅਸਲੀ ਕੇਡਰ ਸੀ, ਜਿਨ੍ਹਾਂ ਨੇ ਇੱਕ ਬੰਦੇ ਤੋਂ ਦੂਜਾ ਬੰਦਾ ਜੋੜਿਆ ਸੀ, ਉਹ ਸਾਰੇ ਨਿਰਾਸ਼ ਬੈਠੇ ਹੈ। ਅੰਦਰ ਹੀ ਅੰਦਰ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਔਰ ਖਾਸ ਕਰਕੇ ਅੰਦਰ ਬੀਜੇਪੀ ਦੇ ਵੀ ਹੈਗਾ, ਦਲਿਤ ਭਾਈਚਾਰੇ 'ਚ ਬਹੁਤ ਵੱਡਾ ਵਿਰੋਧ ਹੈ ਬੀਜੇਪੀ ਦਾ। ਔਰ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਦਾ ਹਾਂ, ਕਿਰਪਾ ਕਰਕੇ ਜਾਖੜ ਸਾਹਿਬ ਇਹ ਗੱਲ ਕਲੈਰਿਟੀ ਲੈ ਕੇ ਆਉਣ, ਇਹ ਦੱਸਣ ਕਿ ਅਲਾਇੰਸ ਪੱਕਾ ਅਕਾਲੀ ਦਲ ਨਾਲ ਤੁਹਾਡੇ ਗੱਲ ਮੁੱਕ ਚੁੱਕੀ ਹੈ ਕਿ ਅਜੇ ਬਾਕੀ ਹੈ। ਜਿਹੜੀ ਸਾਡੇ ਕੋਲੇ ਖਬਰਾਂ ਦੇ ਮੁਤਾਬਕ ਤਾਂ ਮੁੱਕ ਚੁੱਕੀ ਹੈ ਕਿ 5 ਸੀਟਾਂ ਬੀਜੇਪੀ ਲੜੇਗੀ ਤੇ 6 ਸੀਟਾਂ ਅਕਾਲੀ ਦਲ ਲੜੇਗਾ ਤੇ ਇੱਕ ਅਕਾਲੀ ਦਲ ਬਸਪਾ ਨੂੰ ਦੇਣੀ ਚਾਹੁੰਦਾ। ਇਹ ਗੱਲ ਮੁਕੰਮਲ ਤੌਰ ਤੇ ਅੰਦਰ ਮੁੱਕ ਗਈ ਹੈ। ਇਹ ਹੁਣ ਇਕੱਠੇ ਹੋ ਕੇ ਆਪਦੀ ਵਿਉਂਤ ਬਣਾ ਦੇਣ, ਲੋਕ ਹੁਣ ਧੋਖੇ 'ਚ ਨਹੀਂ ਆਉਣਗੇ। ਸੋ ਆਪਦੀ ਗੱਲ ਕਰਨ, ਸਾਡੀ ਗੱਲ ਕਰਨ। ਪਰ ਉਹ ਤਾਂ ਕਹਿ ਰਹੇ ਨੇ, ਕਹਿੰਦੇ ਵੀ ਕਾਂਗਰਸ 'ਚੋਂ ਕੋਈ ਨਾ ਕੋਈ, ਕਹਿੰਦੇ ਮੰਤਰੀ ਬਣਨ ਨੂੰ ਕਾਲਾ ਹੋ ਰੱਖਿਆ, ਕਹਿੰਦੇ ਹੁਣ ਡਿਸਾਈਡ ਨਹੀਂ ਹੋ ਰਿਹਾ ਵੀ ਕਿਹਨੂੰ ਕਿਹੜਾ ਮਹਿਕਮੇ ਵਾਲਾ ਕਿਹੜਾ ਮੰਤਰੀ। ਚਲੋ ਉਹਨਾਂ ਨੂੰ ਕਹੋ, ਆਦਰਨੀय 69 ਸਾਲਾਂ ਦੀ ਉਮਰ ਦੇ ਵਿੱਚ ਵਿਅਕਤੀ ਗੱਲ ਜਦੋਂ ਕਰੇ ਨਾ, ਉਦੋਂ ਪਾਏਦਾਰ ਵਾਲੀ ਗੱਲ ਕਰਨੀ ਚਾਹੀਦੀ। ਜੇ ਸਾਡਾ ਮੰਤਰੀ ਕੋਈ ਬਣ ਜੇ ਆਮ ਆਦਮੀ ਪਾਰਟੀ 'ਚ, ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ।
ਉਹ ਇਹ ਗੱਲ ਕਨਫਿਊਜ਼ਨ ਪੈਦਾ ਕਰ ਰਹੇ ਨੇ ਨਾ ਜਾਖੜ ਸਾਹਿਬ ਕਿ ਇਹਨਾਂ ਚੋਂ ਕੋਈ ਮੰਤਰੀ ਸਾਡਾ ਅਲਾਈਅੰਸ ਹੋ ਗਿਆ ਉੱਤੇ ਮਿਲ ਗਏ, ਜੇ ਕੋਈ ਸਾਡਾ ਮੰਤਰੀ ਬਣੇ ਜਾਂ ਸਾਡਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਦੇ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਅਗਰ ਕੋਈ ਨਹੀਂ ਬਣਿਆ ਤਾਂ ਜਾਖੜ ਸਾਹਿਬ ਕਿਰਪਾ ਕਰਕੇ ਆਪਦੇ ਬਿਆਨ ਦੇ ਮੁਤਲਕ ਮਾਫੀ ਮੰਗ ਲੈਣ। ਮੈਂ ਨਹੀਂ ਕਹਿੰਦਾ ਉਹ ਰਾਜਨੀਤੀ ਛੱਡਣ, ਕਿਉਂਕਿ ਛੱਡਣੀ ਨਹੀਂ। ਐਵੇਂ ਇਸ ਉਮਰ 'ਚ ਝੂਠੀ ਅਫਵਾਹ ਫੈਲਾਉਣੀ ਕਿ ਉਧਰ ਮੰਤਰੀ ਦੀ ਗੱਲ ਚੱਲ ਰਹੀ ਹੈ, ਹੁਣ ਉਹਨਾਂ ਨਾਲ ਅਲਾਈਅੰਸ ਹੋ ਗਿਆ, ਇਹ ਗਲਤ ਗੱਲ ਨਹੀਂ ਕਰਨੀ ਚਾਹੀਦੀ। ਔਰ ਐਡੀ ਉਮਰ ਦੇ ਵਿਅਕਤੀ ਤੋਂ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ। ਵੜਿੰਗ ਸਾਹਿਬ ਪਾਰਕਿੰਗ ਨੂੰ ਲੈ ਕੇ ਜਿਵੇਂ ਤੁਸੀਂ ਇਸ਼ੂ ਚੱਕਿਆ ਸੀ, ਕੱਲ ਆਮ ਆਦਮੀ ਪਾਰਟੀ ਨੇ ਵੀ ਖੈਰ ਇਸ ਚੀਜ਼ ਤੇ ਵਿਰੋਧ ਉਹ ਕਰਿਆ, ਲੱਗਦਾ ਵੀ ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਆ ਰਹੀ, ਚੰਡੀਗੜ੍ਹ ਦੀ ਕੀ ਗੱਲ ਹੈ? ਚੰਡੀਗੜ੍ਹ ਹੈ ਹੀ ਸਾਡਾ। ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਮੈਂ ਗਵਰਨਰ ਸਾਹਿਬ ਨੂੰ ਵੀ ਲਿਖਿਆ, ਗਵਰਨਰ ਸਾਹਿਬ ਦੇ ਦੋਹਰੇ ਮਾਪਦੰਡ ਨੇ। ਗਵਰਨਰ ਸਾਹਿਬ ਫਿਰਦੇ ਪੰਜਾਬ ਦਾ ਉੱਥੇ ਗੇੜਾ ਲਾਉਂਦੇ ਨੇ, ਹੜ੍ਹਾਂ ਦਾ ਗੇੜਾ ਹੀ ਅਸੀਂ ਲਾਉਂਦੇ ਫਿਰਦੇ, ਪੈਸੇ ਲੈ ਕੇ ਆਉਣ। ਅਸੀਂ ਕਿਹਾ ਵੀ ਸਾਨੂੰ 10,000 ਕਰੋੜ ਰੁਪਈਆ ਦਵਾਓ ਸੈਂਟਰ ਚੋਂ। ਦੂਸਰੀ ਗੱਲ, ਚੰਡੀਗੜ੍ਹ 'ਚ ਪੰਜਾਬ ਦੇ ਨੰਬਰ ਦੀ ਫੀਸ ਪਾਰਕਿੰਗ ਦੀ ਵੱਧ ਕਿਉਂ ਲੱਗੇਗੀ ਬਈ? ਇਹ ਬੀਜੇਪੀ ਸਾਡੇ ਹੌਲੀ ਹੌਲੀ ਹੱਕ ਖੋ ਰਹੀ ਹੈ ਚੰਡੀਗੜ੍ਹ ਤੋਂ। ਸਾਡਾ ਪੰਜਾਬ ਦੇ ਪਿੰਡ ਉਜੜੇ ਸੀ, ਚੰਡੀਗੜ੍ਹ ਵਸਿਆ ਸੀ। ਪਹਿਲਾਂ ਸਾਡਾ ਹੱਕ ਖੋਣ ਲੱਗੀ ਹੈ ਕਿ ਵਿਧਾਨ ਸਭਾ ਵਾਸਤੇ 10 ਕਿੱਲੇ ਜ਼ਮੀਨ ਚੰਡੀਗੜ੍ਹ 'ਚ ਦੇਣ ਰਹੀ ਹੈ ਵੱਖਰੀ, ਜਦੋਂ ਆਲਰੇਡੀ ਵਿਧਾਨ ਸਭਾ ਹੈਗੀ ਹੈ। ਜੇ ਕਿਸੇ ਨੇ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤਾਂ ਪੰਚਕੂਲੇ ਬਣਾਉਣ। ਇਹ ਦੂਜਾ ਅਟੈਂਪਟ ਹੈ। ਪਹਿਲਾਂ ਇੱਕ ਅਟੈਂਪਟ ਨਹੀਂ, BBM ਦਾ ਸਾਡਾ ਮੁੱਦਾ, ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ, ਸਿਟੀਜ਼ਨ ਬਿੱਲ ਦਾ ਮੁੱਦਾ, ਬਹੁਤ ਸਾਰੇ ਮੁੱਦੇ ਹੈ। ਹੁਣ ਆਹ ਇੱਕ ਅਟੈਂਪਟ, ਇਹ ਹੌਲੀ ਹੌਲੀ ਇਹ ਚੀਜ਼ਾਂ ਹੋ ਰਹੀਆਂ। ਇਹ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦੇ ਆ ਵੀ ਚੰਡੀਗੜ੍ਹ ਸਾਡਾ ਹੈ, ਚੰਡੀਗੜ੍ਹ ਵੱਖ ਹੈ ਤੇ ਪੰਜਾਬ ਵੱਖ ਹੈ। ਹਾਲਾਂਕਿ ਪੰਜਾਬੀ ਇਹ ਸਮਝਦੇ ਆ ਵੀ ਚੰਡੀਗੜ੍ਹ ਸਾਡਾ ਹੈ ਤੇ ਸਾਡਾ ਹੀ ਇਹਦੇ ਤੇ ਹੱਕ ਹੈ। ਸੋ ਮੇਰੀ ਇਹਨਾਂ ਦੋਵਾਂ ਮੁੱਦਿਆਂ ਤੇ ਅਸੀਂ ਵਿਰੋਧ ਕਰਾਂਗੇ, ਲੜਾਈ ਲੜਾਂਗੇ। ਨਾ ਤਾਂ ਚੰਡੀਗੜ੍ਹ ਦੀ 1 ਵੀ ਇੰਚ ਜ਼ਮੀਨ ਹਰਿਆਣੇ ਨੂੰ ਦੇਣ ਦਿਆਂਗੇ, ਨਾ ਅੱਜ ਨਾ ਕੱਲ। ਤੇ ਨਾਲੇ ਇਸ ਗੱਲ ਦਾ ਸਾਡਾ ਵਿਰੋਧ ਹੈ ਕਿ ਬਿਲਕੁਲ ਪੰਜਾਬੀਆਂ ਨੂੰ ਵੱਖਰਾ ਟਰੀਟ ਨਹੀਂ ਕਰਨਾ ਚਾਹੀਦਾ। ਪੰਜਾਬ ਚੰਡੀਗੜ੍ਹ ਦਾ ਹਿੱਸਾ ਹੈ, ਚੰਡੀਗੜ੍ਹ ਪੰਜਾਬ ਦਾ ਹਿੱਸਾ। ਮੇਅਰ ਸਾਹਿਬ ਕਹਿੰਦੇ ਨੇ ਚੰਡੀਗੜ੍ਹ ਦੇ ਕਿ ਅਸੀਂ ਕੋਈ ਇਸ ਤਰੀਕੇ ਨਾਲ ਨਹੀਂ ਕਰ ਰਹੇ, ਕਿਉਂਕਿ ਹਿਮਾਚਲ ਵੀ ਕਰਦੀ ਹੈ, ਅਸੀਂ ਸਿਰਫ ਸਹੂਲਤਾਂ ਦੇਣਾ ਜਾ ਰਹੇ ਹਾਂ। ਨਹੀਂ ਤੇ ਫਿਰ ਚੰਡੀਗੜ੍ਹ ਵਾਲਿਆਂ ਤੋਂ ਵੀ ਪਾਰਕਿੰਗ ਲਓ। ਮੈਂ ਕਹਿੰਦਾ 3 ਗੁਣਾ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਚੰਡੀਗੜ੍ਹ ਦੇ ਲੋਕ ਵੀ ਦੇਣ। ਚੰਡੀਗੜ੍ਹ ਦੇ ਜਿਹੜੇ ਪੰਜਾਬ ਦੇ ਲੋਕ ਇੱਥੇ ਰਹਿੰਦੇ ਆ, ਜਿਹੜਾ 50-50 ਸਾਲਾਂ ਦੇ ਵਸੇ ਵੇ ਹੈ, ਜਿਨ੍ਹਾਂ ਦੇ ਗੱਡੀਆਂ ਦੇ ਨੰਬਰ ਉਹਨਾਂ ਦੇ ਆਪਦੇ ਪਿੰਡਾਂ ਦੇ ਹੈ, ਵੋਟਾਂ ਉਹਨਾਂ ਦੀਆਂ ਇੱਥੇ ਵੀ ਹੈ, ਵੋਟਾਂ ਤਾਂ ਮੇਅਰ ਸਾਹਿਬ ਲੈਣਾ ਚਾਹੁੰਦੇ ਨੇ ਪੰਜਾਬੀਆਂ ਦੀਆਂ, ਤੇ ਫੀਸ ਉਹਨਾਂ ਨੂੰ ਵੱਖਰੀ। ਮੈਂ ਕਹਿੰਦਾ ਜੇ ਡਿਵੈਲਪਮੈਂਟ ਕਰਨੀ ਹੈ ਤਾਂ ਚੰਡੀਗੜ੍ਹ, ਇਹ ਦੋਹਰੇ ਮਾਪਦੰਡ ਕਿਉਂ ਬਣਾ ਰਹੇ? ਚੰਡੀਗੜ੍ਹ ਸਾਰਿਆਂ ਦੀ ਫੀਸ ਵਧਾ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਸ ਪ੍ਰਕਾਰ ਤੁਸੀਂ ਕਿਹਾ ਵੀ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਦੀ ਫੀਸ ਵਧਾਈ ਜਾਊਗੀ, ਇਹ ਤਾਂ ਸ਼ਰੇਆਮ ਮੈਂ ਸਮਝਦਾ ਕਿ ਸਾਡੇ ਨਾਲ ਬਹੁਤ ਵੱਡੀ ਧੋਖਾ ਹੈ। ਸਾਹਿਬ ਕਿਵੇਂ ਵੇਖ ਰਹੇ ਹੋ ਕਿ ਇੱਕ ਤਰਫ ਐਨਡੀਏ, ਇੱਕ ਤਰਫ ਇੰਡੀਆ, ਦੂਸਰੀ ਜਗ੍ਹਾ ਤੇ ਜੋ ਕੁਝ ਹੋ ਰਿਹਾ ਹਰਿਆਣਾ ਦੇ ਵਿੱਚ, ਕੱਲ ਨੂਹ ਦੇ ਵਿੱਚ ਹੋਇਆ, ਪਗਮਾ ਯਾਤਰਾ ਹੋ ਰਹੀ ਸੀ, ਉੱਥੇ ਅਟੈਕ ਹੋਇਆ, ਉਸ ਤੋਂ ਬਾਅਦ ਮਨੀਪੁਰ ਦੀ ਘਟਨਾ ਹੋਈ। ਇਹੋ ਜਿਹੀਆਂ ਘਟਨਾਵਾਂ ਤਾਂ ਹੋਰ ਜਿਵੇਂ ਇਲੈਕਸ਼ਨ ਨੇੜੇ ਆਊਗਾ ਤਾਂ ਕਰਨਗੇ। ਪਹਿਲਾਂ ਤੋਂ ਇਹ ਤਾਂ ਪ੍ਰੈਡਿਕਸ਼ਨ ਹੈਗੀ ਹੈ ਕਿ ਦੇਸ਼ ਨੂੰ ਲੜਾਉਣ ਦੀ ਗੱਲ ਕਰਨਗੇ, ਦੇਸ਼ ਨੂੰ ਭੜਕਾਉਣ ਦੀ ਗੱਲ ਕਰਨਗੇ। ਔਰ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਦੋਸ਼ੀ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ, ਕਿਉਂਕਿ ਜਿਹੜਾ ਦੋਸ਼ੀ ਹੈ ਉਹਦੀ ਕੋਈ ਜਾਤ ਤੇ ਧਰਮ ਨਹੀਂ ਹੈ, ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ, ਚਾਹੇ ਉਹ ਮਣੀਪੁਰ ਦੇ ਦੋਸ਼ੀ ਹੈ ਤੇ ਚਾਹੇ ਉਹ ਇੱਥੋਂ ਦੇ ਦੋਸ਼ੀ ਹੈ। ਇਹ ਸਰਕਾਰ, ਹੁਣ ਲੋਕ ਪੁਲਵਾਮਾ ਵਰਗੇ ਲਾਰੇ 'ਚ ਨਹੀਂ ਆਉਣਗੇ। ਉਹ ਦੱਸਦਾ ਸੀ ਜੰਮੂ ਕਸ਼ਮੀਰ ਦੇ ਗਵਰਨਰ ਸਾਹਿਬ ਨੇ। ਹੁਣ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਦੇਸ਼ ਦੇ ਅੰਦਰ ਚੱਲੇਗੀ ਨਹੀਂ। ਇੰਡੀਆ ਨਾਮ ਤੋਂ BJP ਘਬਰਾਈ ਵੀ ਹੈ, ਇਹ ਮੈਂ ਦੱਸਣਾ ਚਾਹੁੰਦਾ। Subscribe to One India channel and never miss an update.